ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਲਖੈ ਸਰੂਪ ਦੀ ਖਬਰ ਹੋਈ, ਜਦੋਂ ਲਖੈ ਸਰੂਪ ਦੀ ਖਬਰ ਹੋਈ, ਸੰਤ ਮਿਲੇ ਤਾਂ ਅਸੀਂ ਨਿਹਾਲ ਹੋਏ। ਜਦੋਂ ਲਖੈ ਸਰੂਪ ਦੀ ਖਬਰ ਹੋਈ, ਸੰਤ ਮਿਲੇ ਤਾਂ ਅਸੀਂ ਨਿਹਾਲ ਹੋਏ। ਜੀਵ ਭਾਵਨਾ ਭੰਨ ਕੇ ਬ੍ਰਹਮ ਕੀਤੀ, ਆਦ ਅੰਤ ਰਹਿਤ ਅਕਾਲ ਹੋਏ। ਸੀਸ ਆਪਣਾ ਤਿਨਾਂ ਦੀ ਭੇਟ ਕੀਤਾ, ਸੀਸ ਆਪਣਾ ਤਿਨਾਂ ਦੀ ਭੇਟ ਕੀਤਾ। ਦੇਖ ਦੀਨਤਾ ਸੰਤ ਦਿਆਲ ਹੋਏ। ਦ੍ਰਿਸ਼ਟ ਸੰਤ ਦੀ ਕੀਮੀਆਂ ਰਤਨ ਸਿੰਘਾ, ਲੱਗੇ ਢਿੱਲ ਨਾ ਕੱਚ ਤੇ ਲਾਲ ਹੋਏ। ਜਦੋਂ ਲਖੈ ਸਰੂਪ ਦੀ, ਲਖੈ ਸਰੂਪ ਜਿਸ ਦਾ ਲਕਸ਼ਣ ਕੀਤਾ ਜਾਵੇ, ਜਿਸ ਦਾ ਲਕਸ਼ ਕੀਤਾ ਜਾਵੇ, ਜਿਸ ਦਾ ਨਿਸ਼ਾਨਾ ਸਾਧਿਆ ਜਾਵੇ, ਜਿਹੜਾ ਸਾਡੇ ਟਾਰਗੇਟ ਦੇ ਉੱਤੇ ਹੈ, ਜਿਸ ਨੂੰ ਅਸੀਂ ਚਾਹੁੰਦੇ ਹਾਂ। ਸੰਤ ਮਿਲੇ ਤਾਂ ਅਸੀਂ ਨਿਹਾਲ ਹੋਏ। ਉਸ ਲਕਸ਼ ਸਰੂਪ ਦੀ ਖਬਰ ਹੋਈ, ਭਾਵ ਪਰਮਾਤਮਾ ਦਾ ਵਿਸ਼ਾ ਜਿਹੜਾ ਜਾਣਨਯੋਗ ਹੈ, ਉਸ ਨੂੰ ਜਾਣਿਆ ਕਿਸ ਤਰ੍ਹਾਂ? ਜਦੋਂ ਸੰਤਾਂ ਦੀ ਕਿਰਪਾ ਹੋਈ, ਜਦੋਂ ਸੰਤ ਮਿਲੇ। ਇੱਕ ਦੀਵਾ ਜਗਿਆ ਹੋਇਆ ਹਜ਼ਾਰਾਂ ਦੀਵਿਆਂ ਨੂੰ ਜਗਾ ਸਕਦਾ ਹੈ। ਹਜ਼ਾਰ ਬੁਝੇ ਹੋਏ ਦੀਵੇ ਇੱਕ ਦੀਪਕ ਨੂੰ ਨਹੀਂ ਜਲਾ ਸਕਦੇ। ਇੱਕ ਚੰਗਾਰੀ ਜੰਗਲ ਨੂੰ ਭਸਮ ਕਰ ਦਿੰਦੀ ਹੈ, ਲੱਖਾਂ ਮਣਾਂ ਰੂਹ ਨੂੰ ਭਸਮ ਕਰ ਦਿੰਦੀ ਹੈ। ਇਹ ਜੋ ਗਿਆਨ ਦੀ ਚੰਗਾਰੀ ਹੈ, ਇਹ ਜਿੱਥੇ ਦੀਪਕ ਜਲਦਾ ਹੈ, ਜਿੱਥੇ ਅਗਨ ਜਲਦੀ ਹੈ, ਉੱਥੋਂ ਮਿਲਦੀ ਹੈ। ਸੰਤ ਮਿਲੇ ਤਾਂ ਅਸੀਂ ਨਿਹਾਲ ਹੋਏ। ਜਦੋਂ ਸੰਤਾਂ ਦੀ ਕਿਰਪਾ ਹੋਈ, ਨਾਮ ਜਪਣ ਵਾਲਿਆਂ ਦੀ ਕਿਰਪਾ ਹੋਈ, ਤੇ ਅਸੀਂ ਨਿਹਾਲੋਂ ਨਿਹਾਲ ਹੋ ਗਏ। ਉਹਨਾਂ ਦਾ ਦਰਸ਼ਨ, ਉਹਨਾਂ ਦਾ ਪਰਸ਼ਨ, ਉਹਨਾਂ ਦੀ ਸੇਵਾ, ਉਹਨਾਂ ਦੀ ਨੌਕਰੀ, ਉਹਨਾਂ ਦੀ ਚਾਕਰੀ, ਜਿਹੜੇ ਉਹਦਾ ਨਾਮ ਜਪਦੇ ਹਨ, ਉਹਨਾਂ ਦੇ ਦਰਸ਼ਨ ਤੋਂ ਬਲਿਹਾਰ, ਕਿਉਂਕਿ ਉਹਨਾਂ ਦੀ ਸੰਗਤ ਕਰਕੇ ਮਨ ਨੂੰ ਰੰਗ ਲੱਗਦਾ ਹੈ। ਰੰਗ ਲਾਗਤ ਹੈ। ਜਿਸ ਤਰ੍ਹਾਂ ਦਾ ਰੰਗ ਕਿਸੇ ਕੋਲ ਹੋਵੇ, ਉਸੇ ਤਰ੍ਹਾਂ ਦਾ ਉਸ ਕੋਲੋਂ ਮਿਲਦਾ ਹੈ। ਜੇਕਰ ਭਗਤੀ ਦਾ ਰੰਗ ਲੈਣਾ ਹੋਵੇ ਤਾਂ ਸੰਤਾਂ ਕੋਲ ਲਵੋ, ਗਿਆਨ ਦਾ ਰੰਗ ਲੈਣਾ ਹੋਵੇ ਤਾਂ ਸੰਤਾਂ ਕੋਲ ਲਵੋ, ਗੁਰਸਿੱਖਾਂ ਕੋਲ ਲਵੋ। ਇਹ ਕੋਈ ਜ਼ਰੂਰੀ ਨਹੀਂ ਹੈ ਕਿ ਇੱਕ ਮਨੁੱਖ ਜਾਤੀ ਦੇ ਵਿੱਚ ਹੀ ਹੈ। 84 ਲੱਖ ਜੂਨਾਂ ਦੇ ਵਿੱਚ ਇੱਕ ਤੋਂ ਵੀ ਮਿਲ ਸਕਦਾ ਹੈ। ਕੋਈ ਪਤਾ ਨਹੀਂ ਕਿੱਥੇ ਕਿਰਪਾ ਹੋ ਜਾਣੀ ਹੈ, ਕਿੱਥੇ ਗਿਆਨ ਦੀ ਬਖਸ਼ਿਸ਼ ਹੋ ਜਾਣੀ ਹੈ। ਸਵਾਮੀ ਦੱਤਾਤਰੇय ਹੋਏ ਹਨ, ਉਹਨਾਂ ਨੇ 24 ਗੁਰੂ ਬਣਾਏ। ਜਦੋਂ 24 ਗੁਰੂ ਬਣਾਏ ਤਾਂ 24 ਦੇ ਕੋਲੋਂ ਇੱਕ ਇੱਕ ਲਕਸ਼ਣ ਲਿਆ। ਇਹ ਬੜੀ ਲੰਬੀ ਚੌੜੀ ਕਥਾ ਹੈ। ਭਗਵਤ ਪੁਰਾਣ ਦੇ ਵਿੱਚ ਆਉਂਦੀ ਹੈ, ਜੋ 18ਵਾਂ ਪੁਰਾਣ ਹੈ। ਜਿੱਥੋਂ ਵੀ ਜਾਂਦੇ ਸਨ, ਉੱਥੋਂ ਇੱਕ ਗੁਰ ਲੈ ਲੈਂਦੇ ਸਨ। ਚੰਦਰਮਾ ਨੂੰ ਗੁਰੂ ਬਣਾਇਆ, ਸੂਰਜ ਨੂੰ ਗੁਰੂ ਬਣਾਇਆ, ਇੱਕ ਕੰਨਿਆ ਨੂੰ ਗੁਰੂ ਬਣਾਇਆ, ਧਰਤੀ ਨੂੰ ਗੁਰੂ ਬਣਾਇਆ, ਆਕਾਸ਼ ਨੂੰ ਗੁਰੂ ਬਣਾਇਆ। ਜਿਹੜੇ ਇਹਨਾਂ ਦੇ ਲਕਸ਼ਣ ਹਨ, ਉਹ ਉਹਨਾਂ ਨੇ ਲੈ ਪ੍ਰਾਪਤ ਕਰ ਲਏ। ਆਖਦੇ ਹਨ ਕਿ ਚਿੱਕੜ ਦੇ ਵਿੱਚ ਵੀ ਵਸਤੂ ਪਈ ਹੋਈ ਹੋਵੇ ਤਾਂ ਉੱਥੋਂ ਚੱਕ ਲੈਣੀ ਚਾਹੀਦੀ ਹੈ। ਸੋਨਾ ਜੇਕਰ ਚਿੱਕੜ ਦੇ ਵਿੱਚ ਮਿਲ ਜਾਵੇ ਤਾਂ ਉਸ ਨੂੰ ਚੱਕ ਕੇ ਧੋ ਕੇ ਸਵਾਰਿਆ ਜਾ ਸਕਦਾ ਹੈ, ਉਸ ਦਾ ਕੁਛ ਨਹੀਂ ਵਿਗੜਦਾ। ਇਸੇ ਤਰ੍ਹਾਂ ਜਿੱਥੋਂ ਸਾਨੂੰ ਗੁਣ ਮਿਲ ਜਾਵੇ, ਜਿੱਥੋਂ ਗਿਆਨ ਮਿਲ ਜਾਵੇ, ਉਹ ਕਿਤੋਂ ਵੀ ਮਿਲ ਜਾਵੇ, ਲੈ ਲੈਣਾ ਚਾਹੀਦਾ ਹੈ। ਜਦੋਂ ਲਖੈ ਸਰੂਪ ਦੀ ਖਬਰ ਹੋਈ, ਸੰਤ ਮਿਲੇ ਤਾਂ ਅਸੀਂ ਨਿਹਾਲ ਹੋਏ। ਜੀਵ ਭਾਵਨਾ ਭੰਨ ਕੇ ਬ੍ਰਹਮ ਕੀਤੀ। ਪਹਿਲਾਂ ਆਪਣੇ ਆਪ ਨੂੰ ਅਸੀਂ ਜੀਵ ਜਾਣਦੇ ਸੀ ਕਿ ਸਾਡਾ 3.5 ਫੁੱਟ ਦਾ ਸਰੀਰ ਹੈ, 3.5 ਹੱਥ ਦਾ ਸਰੀਰ ਹੈ। ਇਹ ਜੋ 3.5 ਹੱਥ ਦੀ ਦੇਹੀ ਹੈ, ਇਸ ਦੇ ਵਿੱਚ ਖੰਡ ਬ੍ਰਹਿਮੰਡਾਂ ਦਾ ਗਿਆਨ ਹੈ। 3.5 ਹੱਥ ਤੇਰੀ ਸੀਵਾ,
ਇਹ ਜੋ ਇਤਨਾ ਸਾਨੂੰ ਸਰੀਰ ਰੱਬ ਨੇ ਦਿੱਤਾ ਹੈ, ਇਸ ਦੇ ਵਿੱਚ ਗਿਆਨ ਦੀ ਰੋਸ਼ਨੀ ਅਦਿੱਖ ਹੈ। ਮਨੁੱਖ ਜਾਮਾ ਗਿਆਨ ਦੇ ਨਾਲ ਚਮਕਦਾ ਹੈ। ਪਸ਼ੂਆਂ ਦੇ ਵਿੱਚ, ਪਕਸ਼ੀਆਂ ਦੇ ਵਿੱਚ ਗਿਆਨ ਘੱਟ ਹੈ, ਉੱਥੇ ਅਗਿਆਨ ਦਾ ਵਾਸਾ ਹੈ। ਸੋ ਪਿਆਰੀ ਸਾਧ ਸੰਗਤ, ਜਦੋਂ ਵੀ ਅਸੀਂ ਉਸ ਪਰਮੇਸ਼ਰ ਦੇ ਨਾਮ ਦਾ ਜ਼ਿਕਰ ਕਰਦੇ ਹਾਂ ਤਾਂ ਉੱਥੇ ਭਗਤਾਂ ਦਾ ਨਾਮ ਜ਼ਰੂਰ ਆਉਂਦਾ ਹੈ, ਸੰਤਾਂ ਦਾ ਨਾਮ ਜ਼ਰੂਰ ਆਉਂਦਾ ਹੈ, ਗੁਰਸਿੱਖਾਂ ਦਾ ਨਾਮ ਜ਼ਰੂਰ ਆਉਂਦਾ ਹੈ, ਗੁਰੂਆਂ ਦਾ ਨਾਮ ਜ਼ਰੂਰ ਆਉਂਦਾ, ਕਿਉਂਕਿ ਇਹ ਸਰੋਤ ਹਨ, ਇਹ ਸੋਮੇ ਹਨ, ਇਹਨਾਂ ਦੇ ਪਾਸੋਂ ਸਾਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸੋ ਪਿਆਰੀ ਸਾਧ ਸੰਗਤ, ਜਦੋਂ ਲਖੈ ਸਰੂਪ ਦੀ ਖਬਰ ਹੋਈ, ਸੰਤ ਮਿਲੇ ਤਾਂ ਅਸੀਂ ਨਿਹਾਲ ਹੋਏ। ਜੀਵ ਭਾਵਨਾ ਭੰਨ ਕੇ ਬ੍ਰਹਮ ਕੀਤੀ, ਆਦ ਅੰਤ ਰਹਿਤ ਅਕਾਲ ਹੋਏ। ਜੀਵ ਭਾਵਨਾ ਖਤਮ ਕਰ ਦਿੱਤੀ। ਐ ਮਨੁੱਖ, ਤੂੰ ਜੀਵ ਨਹੀਂ ਹੈ, ਤੂੰ ਪਰਮੇਸ਼ਰ ਦੀ ਅੰਸ਼ ਹੈ, ਤੂੰ ਪਰਮੇਸ਼ਰ ਦਾ ਰੂਪ ਹੈ। ਬਾਣੀ ਆਖਦੀ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਪਰ ਸਾਨੂੰ ਦ੍ਰਿੜ ਇਸ ਤਰ੍ਹਾਂ ਦਾ ਕਰਾ ਦਿੱਤਾ ਕਿ ਇਹ ਤੇਰਾ ਚਾਚਾ ਹੈ, ਇਹ ਤੇਰਾ ਮਾਮਾ ਹੈ, ਇਹ ਤੇਰਾ ਨਾਨਾ ਹੈ, ਇਹ ਤੇਰੀ ਨਾਨੀ ਹੈ, ਇਹ ਤੇਰੀ ਮਾਂ ਹੈ, ਇਹ ਤੇਰਾ ਪਿਓ ਹੈ, ਇਹ ਤੇਰੀ ਭੈਣ ਹੈ, ਇਹ ਤੇਰਾ ਭਰਾ ਹੈ। ਇਹ ਛੋਟੇ ਹੁੰਦਿਆਂ ਨੂੰ ਦ੍ਰਿੜ ਹੋ ਗਿਆ, ਮਨ ਦੇ ਵਿੱਚ ਵਸ ਗਿਆ। ਇੱਕ ਯਾਗਵਲਕ ਰਿਸ਼ੀ ਹੋਏ ਹਨ, ਗਿਆਨ ਦੇ ਵਿੱਚ ਭਰਪੂਰ, ਰਾਜੇ ਜਨਕ ਦੇ ਸਮੇਂ ਦੇ ਵਿੱਚ। ਉਹਨਾਂ ਨੇ ਗਿਆਨ ਦੀ ਪ੍ਰਬਲਤਾ ਨੂੰ ਬਚਪਨ ਤੋਂ ਹੀ ਦ੍ਰਿੜ ਕੀਤਾ ਔਰ ਸੂਰਜ ਭਗਵਾਨ ਕੋਲੋਂ ਵਿੱਦਿਆ ਪ੍ਰਾਪਤ ਕੀਤੀ। ਸੂਰਜ ਨੂੰ ਆਪਣਾ ਗੁਰੂ ਬਣਾਇਆ। ਸੂਰਜ ਦੇ ਰੱਥ ਦੇ ਮੂਹਰੇ ਚੱਲ ਕੇ ਪਰਛੂਹੀਂ ਜਾ ਕੇ ਪਿੱਛੇ ਨੂੰ ਸੂਰਜ ਵੱਲ ਮੂੰਹ ਕਰਕੇ ਘੋੜਿਆਂ ਵੱਲੋਂ, ਸੂਰਜ ਦੇ ਅੱਗੇ 7 ਘੋੜੇ ਚੱਲਦੇ ਹਨ। ਰੱਥ ਚੱਲਦਾ ਹੈ। ਅਰਨ ਜਿਸ ਦਾ ਰਥਵਾਨ ਹੈ, ਸੂਰਜ ਕੋਲੋਂ ਵਿੱਦਿਆ ਪ੍ਰਾਪਤ ਕੀਤੀ ਯਾਗਵਲਕ ਮੁਨੀ ਨੇ। ਔਰ ਇਤਨਾ ਗਿਆਨ ਪਰਵਲ ਕੀ ਗੱਲ ਹੀ ਜਾਣ ਦੋ। ਵੇਦਾਂ ਦੇ ਵਿੱਚ, ਸ਼ਾਸਤਰਾਂ ਵਿੱਚ ਉਸ ਦੀ ਕਥਾ ਹੈ। ਇਸ ਤਰ੍ਹਾਂ ਦਾ ਗਿਆਨ ਸਾਡੇ ਸਾਰਿਆਂ ਦੇ ਵਿੱਚ ਹੈ, ਪਰ ਪ੍ਰਾਪਤ ਕਰਨ ਦੀ ਲੋੜ ਹੈ। ਜੀਵ ਭਾਵਨਾ ਭੰਨ ਕੇ ਬ੍ਰਹਮ ਕੀਤੀ, ਜੀਵਪਣੇ ਨੂੰ ਖਤਮ ਕਰ ਦਿੱਤਾ ਤੇ ਪਰਮਾਤਮਾ ਦਾ ਰੂਪ ਬਣਾ ਦਿੱਤਾ। ਆਦ ਅੰਤ ਰਹਿਤ ਅਕਾਲ ਹੋਏ। ਆਦਿ ਔਰ ਅੰਤ ਤੋਂ ਰਹਿਤ ਅਕਾਲ ਰੂਪ ਜੋ ਪਰਮਾਤਮਾ ਹੈ, ਉਹ ਸਾਡਾ ਅਸਲ ਸਰੂਪ ਹੈ। ਇਹ ਸੰਤਾਂ ਦੀ ਕਿਰਪਾ ਹੋਈ, ਉਹਨਾਂ ਨੇ ਜਣਾ ਦਿੱਤਾ ਕਿ ਤੂੰ ਇਹ ਸਰੀਰ ਰੂਪ ਨਹੀਂ ਹੈ, ਤੂੰ ਸਰੀਰ ਤੋਂ ਅਲੱਗ ਹੈ। ਇਹ ਤੇਰਾ ਸਰੀਰ ਹੈ, ਤੂੰ ਇਸ ਤੋਂ ਅਲੱਗ ਹੈ। ਤੂੰ ਪ੍ਰਕਾਸ਼ ਰੂਪ ਹੈ, ਤੂੰ ਜੋਤੀ ਸਰੂਪ ਹੈ, ਤੂੰ ਅਖੰਡ ਰੂਪ ਹੈ, ਤੂੰ ਬੋਧ ਰੂਪ ਹੈ, ਤੂੰ ਨਿਰਵਾਣ ਰੂਪ ਹੈ, ਤੂੰ ਕਰਤਾ ਰੂਪ ਹੈ। ਜੀਵ ਭਾਵਨਾ ਭੰਨ ਕੇ ਬ੍ਰਹਮ ਕੀਤੀ, ਆਦ ਅੰਤ ਰਹਿਤ ਅਕਾਲ ਹੋਏ। ਸੀਸ ਆਪਣਾ ਤਿਨਾਂ ਦੀ ਭੇਟ ਕੀਤਾ, ਆਪਣਾ ਸੀਸ ਉਹਨਾਂ ਦੇ ਅੱਗੇ ਰੱਖ ਦਿੱਤਾ। ਦੇਖ ਦੀਨਤਾ ਸੰਤ ਦਿਆਲ ਹੋਏ। ਜਦੋਂ ਉਹਨਾਂ ਦੇ ਹੁਕਮ ਦੇ ਵਿੱਚ ਰਹਿ ਕੇ ਦੀਨਤਾ ਕੀਤੀ, ਉਹਨਾਂ ਦੀ ਚਾਕਰੀ ਕੀਤੀ, ਤਾਂ ਫਿਰ ਕੀ ਹੋਇਆ? ਉਹਨਾਂ ਨੇ ਗਿਆਨ ਬਖਸ਼ਿਆ, ਕਿਰਪਾ ਕਟਾਕਸ਼ ਕੀਤਾ, ਕਿਰਪਾ ਦਾ ਸਿਰ ਦੇ ਉੱਤੇ ਹੱਥ ਰੱਖਿਆ। ਪਿਆਰੀ ਸਾਧ ਸੰਗਤ, ਜੋ ਸੰਤ ਹਨ ਇਹ ਨਿਤ ਅਵਤਾਰ ਹਨ। ਇਸ ਸੰਸਾਰ ਦੇ ਵਿੱਚ ਹਮੇਸ਼ਾ ਰਹਿੰਦੇ ਹਨ। 6 ਤਰ੍ਹਾਂ ਦੇ ਅਵਤਾਰ ਹਨ। 6 ਤਰ੍ਹਾਂ ਦੇ ਅਵਤਾਰਾਂ ਦੇ ਵਿੱਚੋਂ ਇਹ ਨਿਤ ਅਵਤਾਰ ਹਨ, ਸਦਾ ਰਹਿੰਦੇ ਹਨ। ਇੱਕ ਨਿਮਿਤ ਅਵਤਾਰ ਹਨ, ਇੱਕ ਅੰਸ਼ ਅਵਤਾਰ ਹਨ, ਇੱਕ ਅੰਸ਼ ਅਵਤਾਰ ਹਨ, ਇੱਕ ਪੂਰਨ ਅਵਤਾਰ ਹਨ, ਇੱਕ ਪਰਿਪੂਰਨਤਮ ਅਵਤਾਰ ਹਨ। ਉਹਨਾਂ ਦੇ ਵਿੱਚ ਨਿਤ ਅਵਤਾਰ ਜਿਹੜੇ ਹਨ ਇਹ ਸੰਤ ਹਨ। ਜਦੋਂ ਸੰਤਾਂ ਦੀ ਇਸ ਦੁਨੀਆ ਦੇ ਉੱਤੇ ਆਮਦ ਨਹੀਂ ਹੋਵੇਗੀ, ਇਹ ਧਰਤੀ ਦੇ ਉੱਤੇ ਸੰਤ ਜਦੋਂ ਨਹੀਂ ਦਿਸਣਗੇ, ਉਦੋਂ ਇਹ ਧਰਤੀ ਨਸ਼ਟ ਹੋ ਜਾਵੇਗੀ, ਸੂਰਜ ਠੰਡਾ ਪੈ ਜਾਵੇਗਾ, ਚੰਦਰਮਾ ਪ੍ਰਕਾਸ਼ ਦੇਣੋਂ ਹਟ ਜਾਵੇਗਾ, ਪ੍ਰਲੈ ਹੋ ਜਾਵੇਗੀ। ਜੇ ਨਾ ਹੋਤੇ ਸੰਤ ਜਨ ਤਾਂ ਜਲ ਮਾਤਾ ਸੰਸਾਰ। ਕਲਯੁਗ ਬਦੜੀ ਕੂੜ ਕੀ, ਵਰਸਣਗੇ ਅੰਗਿਆਰ,
जे ना होते संत जन तो जल मरता संसार। जी भावना भन के ब्रह्म कीती, जी भाव नूं नष्ट कर दिता, अकाल रूप बना दिता। आद अंत रहत अकाल होए, सीस अपना तिन्हां दी भेट कीता, देख दीनता संत दयाल होए। अपना हौमे पाप छड्ड के उन्हां दे चरनां दा आसरा लिया। देख दीनता संत दयाल होए, दीनता नूं देख के, निरमानता नूं देख के वो संत दयाल हुंदे हन। दृष्ट संत दी कीमिया रतन सिंघा। कीमिया जो एक पदार्थ है वो किते कच नाल मिल जाए तो लाल बन जाता है कच। पहला कच तो कच हुंदा है, जेकर कीमिए की संगत कच नूं मिल जाए तो फिर लाल का रूप धारण कर जाए। लाल की कितनी कीमत होंदी है, बादशाहां दे कोल लाल सौंदा है। दृष्ट संत दी कीमिया रतन सिंघा। रतन सिंह संत महापुरुष निर्मले हुए हैं पुरातन समय दे विच। उन्हां दा श्लोक है कि जो संतां की दृष्टि होंदी है कीमिया रूप होंदी है। जदों जीवात्मा दे उत्ते पैंदी है ऐसा निहालो निहाल करते हैं कि उन्होंने अकाल पुरख का रूप बना देंगे हैं, जिन्हां ते कृपा दृष्टि पैंदी है। लगे ढिल ना कच ते लाल होए। ये जीवात्मा कच है, जिहड़ा परमात्मा दे नाल इसका मिलाप है वो अकाल रूप बना दिंदा है। जदों अकाल बन गया तो फिर ना उसका जन्म है, ना उसकी मौत है, ना उसका आना है, ना उसका जाना है। प्यारी साध संगत, फिर वो आउण जाण तो रहत हो के मैं ओही रे, मैं ओही रे, सगल श्रेष्ठ जिन मोही रे। वाहिगुरू जी का खालसा, वाहिगुरू जी की फतेह।